ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਨ ਮੇਰੇ ਤਿਨ ਕੀ ਓਟ ਲਹੇ, ਮਨ ਤਨ ਆਪਣਾ ਤਿਨ ਜਨ ਦੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵਹਿ, ਤਿਸ ਕੈ ਦਰਸ ਸਭ ਪਾਪ ਮਿਟਾਵਹਿ। ਆਵਣ ਜਾਣ ਨ ਹੋਈ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਦੀਨ ਦੁਨੀਆ ਦੇ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਵਿੱਚ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੇ ਸਾਵਧਾਨ ਹੋ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸਤਿਗੁਰੂ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਸੰਤੋਖ ਸਿੰਘ ਜੀ, ਉਹਨਾਂ ਦੀ ਸਾਲਾਨਾ ਯਾਦ ਬਰਸੀ ਦੇ ਸੰਬੰਧ ਵਿੱਚ ਦੂਰ ਨੇੜੇ ਤੋਂ ਸੰਗਤਾਂ ਜੁੜੀਆਂ ਹਨ। ਮਹਾਂਪੁਰਸ਼ਾਂ ਦੀ ਭਾਵੇਂ ਸੰਗਤ ਕਰੀਏ ਔਰ ਭਾਵੇਂ ਉਹਨਾਂ ਨੂੰ ਯਾਦ ਕਰੀਏ, ਉਹਦੇ ਨਾਲ ਸਾਡੀ ਉਹਨਾਂ ਦੇ ਨਾਲ ਸਾਂਝ ਬਣਦੀ ਹੈ। ਤੇ ਸਾਂਝ ਦੁਆਰਾ ਜੇ ਅਸੀਂ ਇਹਦੇ ਵਿੱਚ ਮਨ ਨੂੰ ਸਾਬਤ ਕਰ ਲਈਏ, ਮਨ ਨੂੰ ਸ਼ਰਧਾ ਵਿੱਚ ਲਿਆਈਏ, ਪਿਆਰ ਵਿੱਚ ਲੈ ਕੇ ਆਈਏ, ਤੇ ਉਹਨਾਂ ਕੋਲ ਜਿਹੜਾ ਬੰਦਗੀ ਦਾ, ਨਾਮ ਦਾ, ਸਿੱਖੀ ਦਾ ਖਜ਼ਾਨਾ ਹੈ, ਉਹਦੇ ਅਸੀਂ ਹਿੱਸੇਦਾਰ ਬਣਦੇ ਹਾਂ। ਕਿਉਂਕਿ ਉਹਨਾਂ ਦੇ ਅੰਦਰ ਇੱਕ ਦਇਆ ਹੁੰਦੀ ਹੈ, ਉਹਨਾਂ ਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਸਾਧੂ ਦੀ ਇਹ ਸਾਡੇ ਨਾਲੋਂ ਵੱਖਰਾਪਣ ਹੈ ਕਿ ਅਸੀਂ ਲਗਾਤਾਰ ਤਿੰਨ ਗੁਣਾਂ ਵਿੱਚ ਤੇ ਕਰਤਾ ਭਾਵ ਦੇ ਵਿੱਚ ਵਿਚਰਦੇ ਰਹਿੰਦੇ ਹਾਂ। ਤਿੰਨ ਗੁਣ ਬਾਣੀ ਦੇ ਵਿੱਚ ਲਿਖੇ ਹਨ। ਇਹ ਤਿੰਨੇ ਹੀ ਗੁਣ ਮਹਾਰਾਜ ਕਹਿੰਦੇ ਹਨ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਤਿੰਨ ਗੁਣਾਂ ਦੇ ਵਿੱਚ ਭੱਜ ਦੌੜ ਹੈ, ਮਨ ਦੀ ਇਕਾਗਰਤਾ ਨਹੀਂ ਬਣਦੀ, ਮਨ ਟਿਕਦਾ ਨਹੀਂ, ਮਨ ਨੂੰ ਠੰਡ ਨਹੀਂ ਪੈਂਦੀ। ਇਹ ਤਿੰਨ ਗੁਣ ਰਜ, ਤਮ ਤੇ ਸਤ, ਇਹਨੂੰ ਰਜੋ ਤਮੋ ਸਤੋ ਕਹਿੰਦੇ ਨੇ ਵਿਦਵਾਨ। ਜਿਹੜੇ ਤਿੰਨ ਗੁਣ ਨੇ, ਇਹਨੂੰ ਹੀ ਤਿੰਨ ਦੇਵਤਿਆਂ ਦੀ ਤ੍ਰੈ ਮੂਰਤੀ ਕਿਹਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ। ਤਿੰਨ ਦੇਵਤਿਆਂ ਦੇ ਤਿੰਨ ਸੁਭਾਅ ਹਨ, ਉਹਨਾਂ ਦੇ ਸੁਭਾਵਾਂ ਨੂੰ ਹੀ ਦੇਵਤੇ ਕਿਹਾ ਹੈ। ਤੇ ਮਨੁੱਖ ਦੇ ਅੰਦਰ ਵੀ ਇਹ ਮੌਜੂਦ ਹਨ। ਸੁਭਾਅ ਦੇ ਵਿੱਚ ਪਹਿਲਾ ਗੁਣ ਹੈ ਸਾਧ ਸੰਗਤ ਜੀ। ਗੁਣ ਦਾ ਅਰਥ ਹੈ ਸੁਭਾਅ। ਜਿਵੇਂ ਆਪਾਂ ਕਹਿੰਦੇ ਹਾਂ, ਇਸ ਬੰਦੇ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਬੜਾ ਗੁਣ ਹੈ, ਇਹਨੂੰ ਪ੍ਰਸ਼ਾਦਾ ਬੜਾ ਵਧੀਆ ਬਣਾਉਣਾ ਆਉਂਦਾ।
ਉਹਨੂੰ ਸੁਭਾਅ ਕਹਿੰਦੇ ਨੇ, ਉਹਨੂੰ ਗੁਣ ਕਹਿੰਦੇ ਨੇ, ਉਹਨੂੰ ਕਲਾ ਕਹਿੰਦੇ ਨੇ। ਜਿਹੜਾ ਰਜੋ ਗੁਣ ਹੈ ਤੇ ਤਮੋ ਗੁਣ ਹੈ, ਇਹ ਸੰਸਾਰੀ ਮਨੁੱਖ ਦਾ ਗੁਣ ਹੈ। ਤਮੋ ਗੁਣ ਦਾ ਅਰਥ ਹੈ ਬਿਰਤੀ ਸਰੀਰ ਤੇ ਰਸਾਂ ਦੇ ਵਿੱਚ ਦਿਨ ਰਾਤ ਲੱਗੀ ਰਹਿੰਦੀ ਹੈ। ਉਹਦੀ ਸੁਰਤੀ ਕਦੀ ਵੀ ਸਰੀਰ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ। ਉਹ ਸਰੀਰ ਦੇ ਖਾਣ ਪੀਣ ਵਿੱਚ ਔਰ ਸਰੀਰ ਨੂੰ ਸਜਾਉਣ ਦੇ ਵਿੱਚ ਔਰ ਸਰੀਰ ਦੇ ਆਲੇ ਦੁਆਲੇ ਪਰਿਕਰਮਾ ਕਰਦੀ ਹੈ। ਉਹਨੂੰ ਕਹਿੰਦੇ ਨੇ ਤਮ ਗੁਣ, ਤਮੋ ਗੁਣ। ਤਮ ਸ਼ਬਦ ਦਾ ਅਰਥ ਵੈਸੇ ਹਨੇਰਾ ਵੀ ਹੈ। ਤਮ ਸ਼ਬਦ ਦਾ ਅਰਥ ਸੰਸਾਰ ਵੀ ਹੈ। ਤੁਸੀਂ ਬਾਣੀ ਵਿੱਚ ਰਹਿਰਾਸ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹੋ, ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਇਹ ਜੋ ਤਮੋ ਰੂਪੀ ਸੰਸਾਰ ਹੈ, ਹਨੇਰਾ ਰੂਪੀ ਸੰਸਾਰ ਹੈ, ਇਹਨੂੰ ਤਰਿਆ ਤਾਂ ਜਾ ਸਕਦਾ ਹੈ ਜੇ ਚਰਨਾਂ ਨਾਲ ਜੁੜ ਗਈ। ਵਾਹਿਗੁਰੂ ਦੇ ਚਰਨਾਂ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਜੁੜਨ ਦੇ ਨਾਲ ਤਮੋ ਗੁਣ ਨੂੰ ਬਿਰਤੀ ਪਹਿਲਾਂ ਪਾਰ ਕਰਨ ਲੱਗਿਆਂ ਸਾਧਕ ਦੀ ਬਹੁਤ ਜ਼ਿਆਦਾ ਟਾਈਮ ਲਾਉਂਦੀ ਹੈ। ਕਿਉਂਕਿ ਸਰੀਰ ਦੇ ਵਿੱਚ ਅਸੀਂ ਜਨਮਾਂ ਤੋਂ ਵਿਚਰਦੇ ਰਹੇ ਹਾਂ ਔਰ ਸਾਡੇ ਮਨ ਦੇ ਉੱਤੇ ਸਰੀਰ ਦਾ ਬਹੁਤ ਗਹਿਰਾ ਪ੍ਰਭਾਵ ਹੈ। ਸਰੀਰ ਨੂੰ, ਸਰੀਰ ਦੇ ਤਮੋ ਗੁਣ ਨੂੰ ਛੱਡਣਾ ਕੋਈ ਸੌਖੀ ਗੱਲ ਨਹੀਂ ਹੈ। ਤਮੋ ਗੁਣ ਦੇ ਅੱਗੇ ਇਹ ਰਸ ਨੇ। ਸਾਧੂ ਇੱਥੋਂ ਆਪਣੀ ਪ੍ਰੈਕਟਿਸ ਸ਼ੁਰੂ ਕਰਦਾ। ਨਾਲ ਨਾਲ ਬਾਬਾ ਜੀ ਦੀ ਜਿਹੜੀ ਜ਼ਿੰਦਗੀ ਦੇ ਤਜਰਬੇ, ਉਹਨਾਂ ਦੀ ਕਮਾਈ ਔਰ ਉਹਨਾਂ ਦੀ ਉਡੀਕ, ਜਿੱਥੋਂ ਉਹਨਾਂ ਨੇ ਤਪੱਸਿਆ ਸ਼ੁਰੂ ਕੀਤੀ ਹੈ, ਅਭਿਆਸ ਸ਼ੁਰੂ ਕੀਤਾ। ਵੈਸੇ ਤੇ ਇਹਨਾਂ ਅਭਿਆਸ ਇੱਕ ਜਨਮ ਵਿੱਚ ਨਹੀਂ ਸ਼ੁਰੂ ਹੁੰਦਾ। ਦਸਾਂ ਪਾਤਸ਼ਾਹਾਂ ਦੇ ਟਾਈਮ ਦੇ ਵਿੱਚ ਜਿਨ੍ਹਾਂ ਸ਼ਖਸੀਅਤਾਂ ਨੇ ਗੁਰੂ ਦੀ ਸੇਵਾ ਕੀਤੀ ਹੈ 239 ਸਾਲਾਂ ਦੇ ਵਿੱਚੋਂ, ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ ਹੈ, ਗੁਰੂ ਸਾਹਿਬ ਨੇ ਉਹਦੀ ਯੋਗਤਾ ਵੇਖ ਕੇ ਉਹਨੂੰ ਉਦੋਂ ਦੀਆਂ ਬਖਸ਼ਾਂ ਕੀਤੀਆਂ ਹੋਈਆਂ ਹਨ ਤੇ ਉਹ ਮਹਾਰਾਜ ਨੇ ਚੁਣੇ ਹੋਏ ਹਨ ਸਿੱਖ ਆਪਣੇ 10 ਜਾਮਿਆਂ ਦੇ ਵਿੱਚ। ਚੁਣੇ ਇੱਕ ਸਾਈਡ ਤੇ ਰੱਖੇ ਹੋਏ ਹਨ, ਚੁਣੇ ਹੋਏ ਹਨ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਨੂੰ ਇੱਕ ਥਾਂ ਮਿਲੀ ਹੋਈ ਏ ਦਰਗਾਹ ਦੇ ਵਿੱਚ। ਸਦਾ ਹੀ ਉਹ ਦਰਗਾਹ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਨੇ। ਗੁਰੂ ਸਾਹਿਬ ਨੇ ਆਪਣਾ ਪੰਥ ਚਲਾਉਣਾ, ਸਿੱਖੀ ਚਲਾਉਣੀ ਹੈ ਤੇ ਇੱਕ ਸੰਸਾਰੀ ਬੰਦਾ ਫਸਲ ਬੀਜ ਕੇ ਵੀ ਫਸਲ ਨੂੰ ਛੱਡ ਕੇ ਨਹੀਂ ਜਾਂਦਾ। ਇਹ ਧਿਆਨ ਰੱਖਣਾ ਚਾਹੀਦਾ। ਆਪਾਂ ਇੱਕ 4 ਮਹੀਨਿਆਂ ਵਾਸਤੇ ਕਣਕ ਬੀਜੀ ਹੈ, ਕਿੰਨੇ ਗੇੜੇ ਮਾਰਨੇ ਆ ਉਹਨੂੰ ਵੀ ਹੁਣ ਇਹਨੂੰ ਖਾਦ ਪੈਣ ਵਾਲੀ ਹੈ, ਹੁਣ ਇਹਨੂੰ ਦਵਾਈ ਪੈਣ ਵਾਲੀ ਹੈ, ਹੁਣ ਇਹਨੂੰ ਪਾਣੀ ਲੱਗਣ ਵਾਲਾ ਹੈ। ਕਣਕ ਹੀ ਹੈ ਨਾ। ਤੇ ਜਿਸ ਗੁਰੂ ਨੇ ਪੰਥ ਸਾਜਿਆ ਹੋਵੇ, ਪੰਥ ਦੇ ਬੂਟੇ ਲਾਏ ਹੋਣ, ਕੀ ਸੋਚਦੇ ਹੋ ਫੇਰਾ ਨਹੀਂ ਮਾਰਦਾ ਹੋਵੇਗਾ? ਅਸੀਂ ਭਾਵੇਂ ਭੁੱਲ ਜਾਈਏ, ਕਣਕ ਨੂੰ ਤਾਂ ਨਹੀਂ ਪਤਾ ਅਚੇਤਨ ਹੈ ਉਹ। ਸਾਨੂੰ ਨਹੀਂ ਪਤਾ ਵੀ ਗੁਰੂ ਸਾਡੇ ਆਲੇ ਦੁਆਲੇ ਹੈ। ਔਰ ਗੁਰੂ ਸਾਹਿਬ ਨੇ ਫਿਰ ਜਦੋਂ ਵੱਡਾ ਜ਼ਿਮੀਂਦਾਰ ਹੁੰਦਾ, ਜਿਹਦੀ ਵਾਹੀ ਬੜੀ ਵੱਡੀ ਹੁੰਦੀ, ਉਹਦੇ ਵਾਸਤੇ ਫਿਰ ਉਹਨੂੰ ਖੇਤਾਂ ਦੇ ਵਿੱਚ ਕਾਮੇ ਵੀ ਰੱਖਣੇ ਪੈਂਦੇ ਨੇ, ਕੰਮ ਕਰਨ ਵਾਲੇ ਵੀ। ਇਹ ਸਾਧੂ ਕੌਣ ਹਨ? ਕਈ ਲੋਕ ਕਹਿੰਦੇ ਸਾਧੂ ਹੁੰਦੇ ਹੀ ਨਹੀਂ। ਮੈਂ ਕਹਿੰਦਾ ਸਾਧੂ ਤੋਂ ਬਿਨਾਂ ਕੌਮ ਹੀ ਨਹੀਂ ਹੁੰਦੀ। ਇੱਕ ਜ਼ਿਮੀਂਦਾਰ ਦੇ ਕੋਲ 1000-2000 ਕਿੱਲਾ ਹੈ, ਉਹ ਕੱਲਾ ਕਿਹਨੂੰ ਪਾਣੀ ਲਾਏਗਾ? ਉਹਨੂੰ ਨੌਕਰ ਨਾ ਮਿਲਣ ਇੱਕ ਸਾਲ ਤੇ ਉਹ ਕਹਿੰਦਾ ਮੇਰੀ ਫਸਲ ਨੂੰ ਫਰਕ ਪੈ ਗਿਆ ਕਿਉਂਕਿ ਇਸ ਵਾਰੀ ਮੈਨੂੰ ਕਾਮੇ ਨਹੀਂ ਮਿਲੇ। ਭਾਵੇਂ ਉਹ ਇੱਕ ਉਦਾਹਰਣ ਹੈ ਸਿਰਫ। ਇਹ ਸਾਧੂ ਕਾਮੇ ਹਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ, ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦ, ਜਿਨ੍ਹਾਂ ਦੀ ਸੇਵਾ ਵਿੱਚ ਬਾਬਾ ਜੀ ਨੇ ਡਿਊਟੀ ਕੀਤੀ ਹੈ, ਗੁਰੂ ਦੇ ਹੁਕਮ ਦੇ ਵਿੱਚ ਹੀ ਚੱਲੇ ਹਨ। ਗੁਰੂ ਦਾ ਹੁਕਮ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਖੁਰਾਕ ਬਣਾਈ ਹੈ।
ਤਾਂ ਮੈਂ 3 ਗੁਣਾਂ ਦੀ ਗੱਲ ਹੀ ਤੁਹਾਡੇ ਨਾਲ ਕਰਾਂਗਾ। ਪਰ ਉਹ 3 ਗੁਣਾਂ ਨੂੰ ਜਿਹੜਾ ਪਹਿਲਾ ਗੁਣ ਹੈ ਉਹ ਸਰੀਰ ਨੂੰ ਸਾਧਨਾ ਕਰਨ ਵਾਲਾ, ਅਭਿਆਸ ਕਰਨ ਵਾਲਾ, ਨਿਤਨੇਮ ਕਰਨ ਵਾਲਾ। ਪਹਿਲਾਂ ਉਹਦੇ ਅੱਗੇ ਜਿਹੜੀ ਚੀਜ਼ ਆਉਂਦੀ ਹੈ ਜਦੋਂ ਨਿਤਨੇਮ ਕਰਦਾ, ਸਭ ਤੋਂ ਪਹਿਲਾਂ ਤਮੋ ਗੁਣ ਉਹਦੇ ਅੱਗੇ ਆ ਕੇ ਰੁਕਾਵਟ ਪਾ ਕੇ ਖੜਾ ਹੋ ਜਾਂਦਾ ਵੀ ਤੈਨੂੰ ਅੱਗੇ ਨਹੀਂ ਜਾਣ ਦੇਣਾ। ਇਹ ਵੀ ਵਾਹਿਗੁਰੂ ਦੀ ਖੇਡ ਹੈ, ਇਹ ਕੋਈ ਪਾਪ ਨਹੀਂ। ਤਮੋ ਗੁਣ ਜਿਹੜਾ ਹੈ ਇਹ ਬਣਾਈ ਹੋਈ ਵਾਹਿਗੁਰੂ ਦੀ ਮਾਇਆ ਹੀ ਹੈ, ਕਿਉਂਕਿ ਉਹ ਰੁਕਾਵਟ ਪਾਏਗਾ ਤੇ ਤਾਂ ਸਾਧਕ ਦੀ ਵੀਰਤ ਫੋਨ ਨਹੀਂ ਸੁਣਨਾ। ਇੱਥੇ ਜੇ ਸਾਧਕ ਜਿਹੜਾ ਸਾਧਨਾ ਕਰਨ ਵਾਲਾ ਸਾਧ ਸੰਗਤ ਜੀ, ਉਹਦਾ ਥੋੜਾ ਜਿਹਾ ਜ਼ੋਰ ਲੱਗੇਗਾ ਨਾ, ਤਾਂ ਹੀ ਉਹਦੀ ਤਾਕਤ ਵਧੇਗੀ ਨਾ। ਕਿਸੇ ਵੀ ਚੀਜ਼ ਦੀ ਤਾਕਤ ਕਦੋਂ ਵੱਧਦੀ ਹੈ? ਅਸੀਂ ਕਹਿੰਦੇ ਹਾਂ ਵੀ ਮਾਇਆ ਨੂੰ ਅਸੀਂ ਬੜਾ ਗਲਤ ਕਹਿੰਦੇ ਹਾਂ ਵੀ ਰੁਕਾਵਟ ਪਾਉਂਦੀ ਧਰਮ ਕਮਾਉਣ ਦੇ ਵਿੱਚ, ਨੀਂਦ ਰੁਕਾਵਟ ਪਾਉਂਦੀ ਹੈ, ਫਲਾਣੀ ਪਾਉਣੀ ਚਾਹੀਦੀ ਰੁਕਾਵਟ। ਕਿਉਂ? ਰੁਕਾਵਟ ਹੀ ਤਾਕਤ ਪੈਦਾ ਕਰਦੀ ਹੈ। ਇਸ ਬੇਨਤੀ ਨੂੰ ਸਮਝਣਾ ਆਪ ਜੀ। ਸਾਡੇ ਸਾਰੇ ਆਪਾਂ ਗੁਰੂ ਸਾਹਿਬ ਕੋਲ ਆਏ ਆ, ਹੁਣ ਬਾਬਾ ਜੀ ਕੋਲ ਪਹਿਲਾਂ ਵੀ ਆਉਂਦੇ ਰਹੇ, ਹੁਣ ਵੀ ਆ। ਉਹਦਾ ਕਿਤੇ ਆਉਂਦੇ ਜਾਂਦੇ ਨਹੀਂ। ਆਵੇ ਨਾ ਜਾਵੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਹੈ। ਉਹ ਤੇ ਸਦਾ ਹੀ ਨੇ। ਉਹਨਾਂ ਦਾ ਉਹ ਪਿਆਰ ਸਾਰਿਆਂ ਨੂੰ ਇੱਥੇ ਖਿੱਚ ਕੇ ਲਿਆਉਂਦਾ। ਸਾਲ ਬਾਅਦ ਵੀ ਤੇ ਰੋਜ਼ ਵੀ, ਮਹੀਨੇ ਬਾਅਦ ਵੀ ਕਈ ਸਿੰਘ ਆਉਂਦੇ। ਤਾਂ ਸਾਡੀਆਂ ਸਮੱਸਿਆ ਨੇ, ਅਸੀਂ ਸੋਚਦੇ ਹਾਂ ਵੀ ਅਸੀਂ ਮਜਬੂਰ ਬਸ ਆਏ ਹਾਂ ਇਸ ਥਾਂ ਤੇ। ਮਜਬੂਰੀ ਨਹੀਂ ਹੈ, ਇਹ ਸਿੱਖੀ ਦੀ ਕਮਾਈ ਹੈ। ਕਿਉਂਕਿ ਇੱਥੇ ਜਦੋਂ ਸਾਨੂੰ ਸਮੱਸਿਆ ਆਉਂਦੀ ਹੈ ਤੇ ਸਮੱਸਿਆ ਜੀਵਨ ਦੇ ਵਿੱਚ ਰੁਕਾਵਟ ਪਾਉਂਦੀ ਹੈ, ਤੇ ਜਿੰਨੀ ਵੱਡੀ ਸਮੱਸਿਆ ਹੁੰਦੀ ਹੈ ਓਨਾ ਵੱਡਾ ਮਨੁੱਖ ਤਿਆਰ ਹੁੰਦਾ ਹੈ, ਓਨਾ ਵੱਡਾ ਸਾਧੂ ਤਿਆਰ ਹੁੰਦਾ ਹੈ। ਕਿਉਂਕਿ ਹੁਣ ਇੱਕ ਬੰਦਾ ਪਹਿਲੀ ਵਿੱਚ ਪੜ੍ਹਦਾ, ਉਹਨੂੰ ਤਾਂ ਪਹਾੜੇ ਗਿਣਤੀ 1 2 3 4 ਹੀ ਯਾਦ ਕਰਨਾ ਪਏਗਾ। ਪਰ ਜਿਹਨੇ ਹੁਣ ਇੰਜੀਨੀਅਰਿੰਗ ਕਰਨੀ ਹੈ ਉਹਨੂੰ ਤਾਂ ਸਾਧ ਸੰਗਤ ਜੀ ਦਿਨ ਰਾਤ ਪੜ੍ਹਨਾ ਪੈਣਾ। ਕਈ ਵਾਰੀ ਰੋਟੀ ਖਾਣ ਦਾ ਟਾਈਮ ਵੀ ਨਹੀਂ ਲੱਗਦਾ। ਕਿੰਨੀ ਤਾਕਤ ਲਾਉਣੀ ਪੈਂਦੀ ਹੈ ਇੰਜੀਨੀਅਰ ਬਣਨਾ, ਪਾਇਲਟ ਬਣਨਾ, ਉਹ ਕਿੰਨਾ ਟਾਈਮ ਲਾਉਂਦਾ। ਸਾਧੂ ਬਣਨ ਵਾਸਤੇ ਵੱਡੀ ਰੁਕਾਵਟ ਆਉਂਦੀ ਜੀਵਨ ਦੇ ਵਿੱਚ, ਕਸਵੱਟੀ ਵੱਡੀ ਲੱਗਦੀ ਉਹਦੇ ਉੱਤੇ, ਕਿਉਂਕਿ ਉਹਨੇ ਉਸ ਡਿਪਾਰਟਮੈਂਟ ਨੂੰ, ਉਸ ਰਾਹ ਨੂੰ ਚੁਣਿਆ ਵੀ ਮੈਂ ਇਸ ਰਾਹ ਦੇ ਉੱਤੇ ਕੰਮ ਕਰਨਾ, ਮੈਂ ਉੱਚੇ ਅਹੁਦੇ ਤੱਕ। ਗੁਰੂ ਉਹਨੂੰ ਪੜ੍ਹਾਉਂਦਾ ਹੈ, ਗੁਰੂ ਉਹਦਾ ਟੀਚਰ ਹੈ, ਗੁਰੂ ਉਹਨੂੰ ਪੜ੍ਹਾਉਂਦਾ ਹੈ। ਤਾਂ ਰੁਕਾਵਟ ਆਉਣੀ ਵੀ ਜਿਹੜੀ ਹੈ, ਜਿਵੇਂ ਇੱਕ ਪਹਿਲਵਾਨ ਸਾਧ ਸੰਗਤ ਜੀ 5 ਕਿਲੋ ਦਾ ਬਾਲਾ ਕੱਢਦਾ ਭਾਰ ਤੇ ਉਨੀ ਕੁ ਤਾਕਤ ਆਉਂਦੀ। ਫਿਰ ਉਹ 6 ਕਿਲੋ ਦਾ ਕਰਦਾ, ਫਿਰ 8 ਦਾ, 10 ਦਾ, ਹੌਲੀ ਹੌਲੀ 40 50 60। ਜਿੰਨਾ ਰੁਕਾਵਟ ਦਾ ਭਾਰ ਵਧਾਈ ਜਾਂਦਾ ਓਨੀ ਉਹਦੀ ਬਾਹਾਂ ਦੀ ਤਾਕਤ ਵੱਧਦੀ ਜਾਂਦੀ ਹੈ। ਜਿੰਨੀ ਸਾਨੂੰ ਸਮੱਸਿਆ ਆਉਂਦੀ ਹੈ ਔਰ ਅਸੀਂ ਸਮੱਸਿਆ ਨੂੰ ਗੁਰੂ ਦੇ ਪਿਆਰ ਦੇ ਵਿੱਚ, ਉਹਦਾ ਹੁਕਮ ਸਮਝ ਕੇ ਗੁਰੂ ਤੋਂ ਤਾਕਤ ਤੇ ਔਰ ਗੁਰੂ ਕੋਲੋਂ ਸਹਾਇਤਾ ਤੇ ਸਾਧ ਸੰਗਤ ਜੀ ਇਹ ਧੀਰਜ ਤਾਂ ਲੈਣੀ ਪੈਂਦੀ, ਕਿਉਂਕਿ ਸਾਡਾ ਮਨ ਸੰਸਾਰੀ ਹੈ ਔਰ ਘਬਰਾ ਜਾਂਦਾ ਹੈ। ਇਹ ਗੱਲ ਕਹਿਣੀ ਸੌਖੀ, ਮੈਂ ਵਿਆਖਿਆ ਕਰ ਰਿਹਾ ਕੱਲੀ। ਜਦੋਂ ਰੁਕਾਵਟ ਆਉਂਦੀ ਹੈ ਸਾਧ ਸੰਗਤ ਜੀ ਚੀਕਾਂ ਪੈ ਜਾਂਦੀ ਜੀਵਨ ਦੇ ਵਿੱਚ। ਪਰ ਉਹ ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਗੁਰੂ ਸਾਹਿਬ ਕਹਿੰਦੇ ਨੇ ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ, ਨਿਤ ਨਿਤ ਲਹੇ ਨਾ ਛੀਜੈ ਦੇ, ਅੰਤ ਕਾਲ ਜਾਂ ਮਾਰੈ ਠੇ। ਕਹਿੰਦੇ ਇੱਕ ਵੈਦ ਨਾਲ ਗੁਰੂ ਨਾਨਕ ਦੇਵ ਜੀ ਦੀ ਗੱਲ ਹੋਈ ਸੀ, ਉਹਨੂੰ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਦੇ ਵਿੱਚ ਦੁੱਖ ਕਿਸੇ ਨੂੰ ਆਇਆ, ਉਹਨੇ ਦੁੱਖ ਦੀ ਗੱਲ ਕੀਤੀ, ਦੁੱਖ ਬੜਾ ਆਇਆ। ਦੁੱਖ ਦਾ ਜਿਹੜਾ ਉਹ ਮਹਾਰਾਜ ਨੇ ਉਹਦਾ ਹੱਲ ਕਰ ਦਿੱਤਾ। ਗੁਰੂ ਸਾਹਿਬ ਦਾ ਇਹੀ ਸਾਰੀ 1430 ਅੰਗਾਂ ਵਿੱਚ ਬਾਣੀ ਨੇ ਜੁਗਤ ਵਰਤੀ ਹੈ ਕਿ ਤੁਸੀਂ ਚੀਜ਼ ਨੂੰ ਤਰਤੀਬ ਦੇ ਦਿਓ, ਉਹ ਚੀਜ਼ ਤੁਹਾਨੂੰ ਰੁਕਾਵਟ ਜਿਹੜੀ ਹੈ ਉਹੀ ਤੁਹਾਡੀ ਮੰਜ਼ਿਲ ਵੱਲ ਵਧਣ ਵਾਸਤੇ ਤੁਹਾਨੂੰ ਉਹ ਰਾਹ ਦੇ ਦੇਗੀ। ਜਿਵੇਂ ਇੱਥੇ ਰਾਹ ਦੇ ਵਿੱਚ ਵੱਟੇ ਖਿਲਾਰ ਦਿਓ ਤੁਸੀਂ। ਆਪਾਂ ਹੁਣ ਪੌੜੀਆਂ ਤੇ ਚੜ੍ਹ ਕੇ ਆਏ ਹਾਂ, ਉਹ ਕੀ ਹੈ? ਉਹ ਵੀ ਇੱਟਾਂ ਹਨ। ਤੇ ਜੇ ਰਸਤੇ ਵਿੱਚ ਇੱਟਾਂ ਖਿਲਾਰ ਦਿਓ ਸਿੱਧੀਆਂ ਪੁੱਠੀਆਂ, ਉਹ ਕੀ ਹਨ? ਹੈਣ ਉਹ ਵੀ ਇੱਟਾਂ, ਪਰ ਉਹਨਾਂ ਦੀ ਬੇਤਰਤੀਬੀ ਸਾਨੂੰ ਠੇਡੇ ਮਾਰਦੀ ਹੈ, ਰੁਕਾਵਟ ਪਾਉਂਦੀ ਹੈ। ਜਦੋਂ ਉਹਨਾਂ ਇੱਟਾਂ ਨੂੰ ਤਰਤੀਬ ਦੇ ਦਿੱਤੀ, ਉਦੋਂ ਇੱਟਾਂ ਸਾਡੇ ਵਾਸਤੇ ਸੁਖਦਾਈ ਹੋ ਗਈਆਂ।
ਜੀਵਨ ਇਸ ਤਰ੍ਹਾਂ ਦਾ ਹੀ ਹੈ। ਇਹ ਸਾਡੀ ਇਸ ਤਰ੍ਹਾਂ ਦੀ ਸੋਚ ਹੈ ਕਿ ਜੀਵਨ ਸਾਡੇ ਅਨੁਸਾਰ ਚੱਲੇਗਾ, ਇਹ ਸਾਡੀ ਗਲਤੀ ਹੈ। ਹੁਕਮ ਕੀ ਹੈ, ਰਜਾ ਕੀ ਹੈ ਕਿ ਜੋ ਜੀਵਨ ਚੱਲ ਰਿਹਾ ਹੈ ਉਹ ਇਸ ਤਰ੍ਹਾਂ ਅਪ ਡਾਊਨ ਕਰਦਾ ਹੈ ਹਮੇਸ਼ਾ। ਹਰ ਇੱਕ ਚੀਜ਼ ਚੱਲ ਰਹੀ ਹੈ, ਇੱਕ ਥਾਂ ਤੇ ਰੁਕਦੀ ਨਹੀਂ, ਅਪ ਡਾਊਨ ਕਰਦੀ ਹੈ ਚੀਜ਼। ਹਰ ਇੱਕ ਚੀਜ਼ ਵੱਧਦੀ ਹੈ, ਘਟਦੀ ਹੈ। ਤਾਂ ਉਹ ਦੁੱਖ ਜਿਹੜਾ, ਉਹ ਗੁਰੂ ਸਾਹਿਬ ਕਹਿੰਦੇ ਵੀ ਜੇ ਇੱਟਾਂ ਨੂੰ ਤੁਸੀਂ ਪੌੜੀ ਬਣਾ ਲਓ ਤਾਂ ਉਹ ਉੱਚੀ ਥਾਂ ਤੇ ਤੁਹਾਨੂੰ ਲੈ ਜਾਂਦੀਆਂ ਹਨ ਇੱਟਾਂ ਜਿਹੜੀਆਂ, ਪਰ ਜੇ ਉਹੀ ਇੱਟਾਂ ਖਿਲਾਰ ਦਿਓ ਤੇ ਉਹੀ ਤੁਹਾਡੇ ਪੈਰ ਫੱਟ ਦਿੰਦੀਆਂ ਹਨ। ਜੀਵਨ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਵੇਖੋ, ਜੀਵਨ ਦੀਆਂ ਸਮੱਸਿਆਵਾਂ ਨੂੰ ਪੂਰੇ ਧਿਆਨ ਨਾਲ ਵੇਖੋ। ਔਰ ਜਿੱਡੀ ਵੱਡੀ ਸਮੱਸਿਆ ਹੋਈ ਹੈ, ਆਈ ਹੈ, ਉਹਨੂੰ ਗੁਰੂ ਨਾਲ ਵੀ ਸ਼ੇਅਰ ਕਰਨਾ ਹੈ, ਉਹਨੂੰ ਸਾਧੂ ਨਾਲ ਵੀ ਸ਼ੇਅਰ ਕਰਨਾ, ਦੱਸਣਾ ਆਪਣੀ ਜਿਹੜੀ ਜ਼ਿੰਦਗੀ ਦਾ ਦੁੱਖ ਹੈ। ਫਿਰ ਉਹ ਜਦੋਂ ਅਸੀਂ ਉਸ ਸਮੱਸਿਆ ਨੂੰ, ਜਿਵੇਂ ਆਪਾਂ ਜਪਜੀ ਸਾਹਿਬ ਵਿੱਚ ਕਹਿੰਦੇ ਆ, ਇਹ ਭੇ ਦਾਤ ਤੇਰੀ ਦਾਤਾਰ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਤਾਂ ਉਹ ਤੁਹਾਡੇ ਦਾਤਾਰ, ਉਹ ਜਿਹੜੀ ਦੁੱਖ ਹੈ ਜਾਂ ਭੁੱਖ ਹੈ, ਉਹ ਸਾਧ ਸੰਗਤ ਜੀ ਰਸਤਾ ਬਣ ਜਾਂਦੀ, ਪੌੜੀ ਬਣ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਜੇ ਤੁਸੀਂ ਸਿਮਰਨ ਦੇ ਰਸਤੇ ਤੇ ਜਾਂਦੇ ਹੋ, ਕੁਦਰਤੀ ਹੈ ਇਹ, ਕੁਦਰਤੀ ਇਸ ਤਰ੍ਹਾਂ ਹੋ ਰਿਹਾ ਹੈ ਕਿ ਜਦੋਂ ਤੁਸੀਂ ਸਿਮਰਨ ਵੱਲ ਜਾਂਦੇ ਹੋ, ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਤਮੋ ਗੁਣ ਆਉਂਦਾ ਹੈ ਤੇ ਤਮੋ ਗੁਣ ਤੁਹਾਨੂੰ ਰੋਕਦਾ ਹੈ, ਤਾਂ ਕਿ ਇਸ ਬੰਦੇ ਦੀ ਜਿਹੜੀ ਪਾਵਰ ਹੈ ਉਹ ਵੱਧ ਜਾਏ। ਇਹਨੇ ਪ੍ਰਮਾਤਮਾ ਨੂੰ ਮਿਲਣਾ, ਇਹਨੇ ਸ਼ਬਦ ਵਿੱਚ ਲੀਨ ਹੋਣਾ ਹੈ, ਤਾਂ ਉਹਦੇ ਵਾਸਤੇ ਇਹਨੂੰ ਤਾਕਤਵਰ ਹੋਣਾ ਚਾਹੀਦਾ। ਉਹਦੇ ਤੋਂ ਪਹਿਲਾਂ ਤਮੋ ਗੁਣ ਜਿਹੜਾ ਉਹਨੂੰ ਰੋਕਦਾ ਹੈ, ਉਹਦੇ ਸਰੀਰ ਦੇ ਰਸ ਉਹਨੂੰ ਰੋਕਦੇ ਨੇ। ਕਦੀ ਉਹਦੇ ਵਿੱਚ ਕਾਮ ਪੈਦਾ ਹੋ ਜਾਂਦਾ ਹੈ, ਕਦੀ ਕ੍ਰੋਧ ਪੈਦਾ ਹੋ ਜਾਂਦਾ ਹੈ, ਕਦੀ ਉਹਦੇ ਵਿੱਚ ਮੂੰਹ ਦਾ ਸਵਾਦ ਉਹਨੂੰ ਭਟਕਾਉਂਦਾ ਹੈ, ਕਦੀ ਉਹਨੂੰ ਨੀਂਦ ਡੇਗਦੀ ਹੈ, ਕਦੀ ਉਹਦਾ ਸਰੀਰ ਦਰਦ ਹੁੰਦਾ ਹੈ। ਇਹ ਸਾਰੇ ਤਮੋ ਗੁਣ ਦੀਆਂ ਨਿਸ਼ਾਨੀਆਂ ਹਨ। ਇਹ ਜਿੰਨੀਆਂ ਚੀਜ਼ਾਂ ਹਨ, ਜਦੋਂ ਆਪਾਂ ਵੇਖ ਲੈਂਦੇ ਹਾਂ ਗੁਰਬਾਣੀ, ਤਾਂ ਸਾਨੂੰ ਮਹਾਰਾਜ ਨੇ ਗਿਆਨ ਦਿੱਤਾ ਹੈ ਕਿ ਤੁਸੀਂ ਵੇਖ ਸਕੋਗੇ ਵੀ ਇਹ ਮਤਲਬ ਚੀਜ਼ ਕਿਵੇਂ ਹੋ ਰਹੀ ਹੈ। ਤਾਂ ਤਮੋ ਗੁਣ ਨੂੰ ਵੀ ਪਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਆਪਾਂ ਸਰੀਰ ਦੇ ਆਲੇ ਦੁਆਲੇ ਘੁੰਮਦੇ ਹਾਂ। ਔਰ ਭਗਤ ਰਵਿਦਾਸ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਤੂੰ ਕਾਏ ਗਰਬੈ ਬਾਵਲੀ, ਜੈਸੇ ਭਾਦੋ ਖੂਬ ਰਾਜ, ਤੂੰ ਤਿਸਤੇ ਖਰੀ ਉਤਾਵਲੀ, ਤੁਝੈ ਸੁਜੰਤਾ ਕਛੂ ਨਾਹੇ, ਪਹਿਰਾਵਾ ਦੇਖੇ ਊਪਜਾਏ। ਇਹ ਸਰੀਰ ਦੇ ਆਲੇ ਦੁਆਲੇ ਸੰਸਾਰ ਦਾ ਬਹੁਤਾਤ ਹਿੱਸਾ ਘੁੰਮ ਰਿਹਾ ਹੈ। ਤਾਂ ਤਮੋ ਗੁਣ ਨੂੰ ਪਾਰ ਕਰਨਾ। ਤੁਸੀਂ ਸੁਣਿਆ ਨਾ ਵੀ ਜਦੋਂ ਸਾਧ ਸੰਗਤ ਜੀ, ਸੁਖਦੇਵ ਮੁਨੀ ਜਿਹੜਾ ਬਹੁਤ ਵੱਡਾ ਮੁਨੀ ਸੀ, 12 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਉਹ ਸੰਤ ਬਣਿਆ ਸੀ, ਸਾਧੂ ਬਣਿਆ ਸੀ, ਬੜਾ ਵੱਡਾ ਮੁਨੀ ਬਣਿਆ ਸੀ। 12 ਸਾਲ ਵੀ ਉਹਦੇ ਵਾਸਤੇ ਹਨ, ਇਹ ਨਹੀਂ ਕਿ ਕਿਸੇ ਹੋਰ ਦੇ 12 ਲੱਗਣਗੇ ਜਾਂ 10 ਲੱਗਣਗੇ ਜਾਂ 12 ਜਨਮ ਲੱਗਣਗੇ, ਅਲੱਗ-ਅਲੱਗ ਹੈ। ਉਹਦੇ ਬੰਦੇ ਦੀ ਆਪਣੀ ਜ਼ਿੰਦਗੀ ਤੇ ਉੱਤੇ ਨਿਰਭਰ ਕਰਦਾ। ਹੁਣ ਕਈ ਵਾਰੀ ਸਾਧੂ ਬਣ ਵੀ ਜਾਂਦਾ ਹੈ, ਤਾਕਤਾਂ ਵੀ ਆ ਜਾਂਦੀਆਂ, ਸ਼ਕਤੀਆਂ ਵੀ ਆ ਜਾਂਦੀਆਂ, ਉਹ ਜੋ ਕਹਿੰਦਾ ਉਹ ਹੁੰਦਾ ਵੀ ਹੈ, ਕਈ ਕੁਝ ਹੋ ਜਾਂਦਾ ਹੈ। ਪਰ ਸੂਖਮ ਮਾਇਆ ਜਿਹੜੀ ਹੈ ਉਹ ਅੰਦਰ ਫਿਰ ਜਿਹੜੀ ਸਤੋ ਗੁਣ ਦੀ ਹੈ, ਆਪਾਂ ਹੁਣ ਇਹਦੇ ਤੇ ਵਿਚਾਰ ਚੱਲ ਪਈ ਅੱਜ ਥੋੜੀ ਜੀ, ਤੇ ਥੋੜੀ ਜੀ ਇਕਾਗਰਤਾ ਦੀ ਲੋੜ ਹੈ। ਇਹ ਸਤੋ ਗੁਣ ਅਜੇ ਉਹਦੇ ਵਿੱਚ ਬਚਿਆ ਸੀ, ਤਮੋ ਤੇ ਰਜੋ ਨੂੰ ਪਾਰ ਕਰ ਗਿਆ ਸੀ ਸੁਖਦੇਵ ਮੁਨੀ। ਇਹਦੇ ਲਈ ਹੁਣ ਇਹ ਵਿਸ਼ਾ ਐਡਾ ਲੰਬਾ ਹੈ ਕਿ 2-3 ਘੰਟੇ ਦਾ ਵਿਸ਼ਾ ਹੈ, ਪਰ ਮੈਂ ਵੇਖ ਲਿਆ ਕਿ ਸਮੇਂ ਤੇ ਜਿਹੜਾ ਸੈਕਟਰੀ ਸਿੰਘ ਬਹੁਤ ਤੰਗ ਹੁੰਦੇ ਨੇ। ਮੈਨੂੰ ਪਤਾ ਹੈ ਜਦੋਂ ਸਮਾਗਮ ਹੁੰਦੇ ਇਹ ਸਾਧ ਸੰਗਤ ਜੀ ਪ੍ਰਬੰਧਕਾਂ ਨੂੰ ਟਾਈਮ ਕਰਨਾ ਪੂਰਾ, ਸਾਰੇ ਅਸੀਂ ਤਾਂ ਬਣ ਠਣ ਕੇ ਹੁੰਨੇ ਆ, 1-2 ਵਜੇ ਇਕੱਠੇ ਹੋ ਕੇ ਸਾਰੇ ਆ ਜਾਂਦੇ ਵੀ ਲਾ ਦਿਓ ਸਾਨੂੰ ਸਾਰਿਆਂ ਨੂੰ। ਤਾਂ ਉਹਨਾਂ ਨੇ ਸਮਾਪਤੀ ਨੂੰ ਵੇਖਣਾ ਹੁੰਦਾ, ਫਿਰ ਵੀ ਸਮਾਪਤੀ ਕਦੋਂ ਕਰਨੀ ਹੈ। ਚਲੋ ਮੈਂ ਇਹਨੂੰ ਥੋੜੇ ਲਫ਼ਜ਼ਾਂ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂਗਾ। ਜਿਹੜਾ ਸੁਖਦੇਵ ਮਣੀ ਸੀ ਉਹ ਤਮੋ ਗੁਣ ਨੂੰ ਵੀ ਪਾਰ ਕਰ ਗਿਆ ਸੀ, ਯਾਨੀ ਸਰੀਰ ਨੂੰ ਵੀ ਜਿੱਤ ਗਿਆ ਸੀ। ਉਹ ਜਿਹੜਾ ਰਜੋ ਗੁਣ ਸੀ, ਯਾਨੀ ਕਿ ਦੂਜਿਆਂ ਦੇ ਉੱਤੇ ਆਪਣਾ ਪ੍ਰਭਾਵ ਰੱਖਣਾ, ਦੂਜੇ ਨੂੰ ਆਪਣੇ ਥੱਲੇ ਰੱਖਣਾ, ਆਪ ਕਿਸੇ ਤੋਂ ਥੱਲੇ ਨਹੀਂ ਰਹਿਣਾ, ਉਹਨੂੰ ਵੀ ਉਹ ਜਿੱਤ ਗਿਆ ਸੀ।
पर सतो गुण अजे उहदे विच है सी, उहनूं कहंदे सूखम माया। सूखम माया जो अंदर रहिंदी है। गया सुनेहा भेजिया बाहरले द्वारपाल ने, जनक जी ब्रह्म ज्ञानी सन, राज जोग जिहड़ा सी ना वो इकट्ठा कीता सी उन्होंने, तखत ते बैठ के उन्होंने राज कमाया सी। ਉਹਦਾ ਸੁਭਾਅ परमात्मा ਦਾ इस तरह, वो राजा भी है जोगी भी है, दोवें चीज़ां इकट्ठियां ने। बाबा जी भी गृहस्थी विहंगम भी हो सकता है, जिवें दा ਉਹਦਾ ਸੁਭਾਅ है। बाणी ਦੇ ਵਿੱਚ आया, एक बारी सारे हाजरी लवाओ प्यार दे नाल। राज मैं राज जोग मैं जोगी, राज मैं राज जोग मैं जोगी, राज मैं राज महराज जोग मैं जोगी, राज महराज जोग मैं जोगी। जोगी अंदर जोगिया, जोगी अंदर जोगिया, जोगी अंदर जोगिया, जोगी अंदर जोगिया। तू भोगी अंदर भोगिया, तू भोगी अंदर भोगिया, तू तू भोगी अंदर भोगिया, तू भोगी अंदर भोगिया। आपे बहुविध रंग लाय, आपे बहुविध रंग लाय, आपे आपे बहुविध रंग लाय, आपे बहुविध रंग लाय। सखिए मेरा लाल, सखिए मेरा लाल, सखिए आपे रसिया आप रस, आपे रसिया आप रस, आपे आपे रसिया आप रस, आपे रसिया आप रस। आपे रावण हार, आपे रावण हार, आपे राज महराज जोग मैं जोगी, राज महराज जोग मैं जोगी, राज मैं ਇਹ ਉਸ ਮਹਾਂਪੁਰਸ਼ ਦੇ ਉੱਤੇ ਅਵਸਥਾ ਆਉਂਦੀ ਹੈ ਜੋ ਨਿਰਲੇਪ ਹੋ ਜਾਂਦਾ ਹੈ, ਵੈਸੇ ਨਹੀਂ ਹੈ। ਇਸ ਤਰ੍ਹਾਂ ਇਸ ਗੱਲ ਨੂੰ ਸੁਣ ਕੇ ਕੋਈ ਫਾਇਦਾ ਨਾ ਉਠਾ ਲੈ ਆਪਣਾ, ਵੀ ਗੁਰੂ ਸਾਹਿਬ ਕਹਿੰਦੇ ਤੂੰ ਭੋਗੀ ਵੀ ਹੈ ਤੇ ਜੋਗੀ ਵੀ ਹੈ। ਇਹ ਬ੍ਰਹਮ ਗਿਆਨ ਦੀ ਅਤ ਉੱਚ ਦੀ ਅਥਾਰਟੀ ਅਵਸਥਾ ਹੈ, ਜਿੱਥੇ ਜਾ ਕੇ ਕਿਸੇ ਚੀਜ਼ ਦੇ ਨਾਲ ਅਟੈਚਮੈਂਟ ਨਹੀਂ ਰਹਿੰਦੀ, ਮੁਕਤ ਹੋ ਜਾਂਦਾ ਮਨੁੱਖ। ਉਹਨੂੰ ਕਿਹਾ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਅਲੇਪਤਾ ਆ ਜਾਂਦੀ ਹੈ। ਕੋਈ ਚੀਜ਼, ਕੋਈ ਵੀ ਸਰੀਰ ਦੀ, ਮਨ ਦੀ, ਸਮਾਜ ਦੀ, ਪਰਿਵਾਰ ਦੀ ਕੋਈ ਵੀ ਕਿਰਿਆ ਉਹਦੇ ਉੱਤੇ ਕੋਈ ਅਸਰ ਨਹੀਂ ਪਾਉਂਦੀ। ਉਹ ਆਪਣੇ ਆਪ ਦੇ ਵਿੱਚ ਆਪ ਹੀ ਟਿਕ ਜਾਂਦਾ ਹੈ, ਬਾਹਰ ਦਾ ਪ੍ਰਭਾਵ ਸਾਰਾ ਖਤਮ ਹੋ ਜਾਂਦਾ। ਤਾਂ ਜੋ ਇਹ ਸੁਖਦੇਵ ਮੁਨੀ ਸੀ, ਦੋ ਗੁਣਾਂ ਨੂੰ ਜਿੱਤ ਚੁੱਕਾ ਸੀ, ਰਜੋ ਨੂੰ ਔਰ ਤਮੋ ਨੂੰ।
पर सतो गुण अजे विच है सी। सतो गुण का अर्थ हुंदा है कि कीते हुए काम की पकड़ हो जानी। करता भाव जिन्हों कहते हैं, करता भाव अपने आप को क्रिएटर मन लेना कि मैं कर रहा। तो साधु कौन है? साधु है, साधु का हाथ भी उठता तो कहता तू मेरे हाथ विच है। जो रविदास जी कहते ना, कह रविदास हाथ पै नेरा, ਉਹਦਾ मतलब ਅਸੀਂ समझ लिया भी जिवें हथ के उत्ते आपां खंड रखी इस तरह रब दिसदा सी रविदास जी। नहीं, इस तरह नहीं गल। रविदास जी का हथ भी इस तरह करता है तो उन्होंने भी वो कह वेखते हैं कि मैं नहीं कर रहा, ये परमात्मा कर रहा। उन्हों की अख भी खुलती है तो उन्होंने लगता है कि परमात्मा वेख रहा मेरी अखां विचों। उन्होंने कहते ने उस थां ते जिवें आपां कहने निष्काम निहकर्म, निहकर्म शब्द आया सुखमणि में। कर्म करत होवै नेह कर्म तिस बैसणु का निर्मल धर्म। ਇਹਦਾ नहीं मतलब कि तुसी कर्म करते ही नहीं, ਇਹਦਾ नहीं अर्थ कोई भी तुसी कर्म ही तुसी कर्म ਦੇ ਉੱਤੇ पाबंदी ला ਦਿੱਤੀ है। चलो कोई ना करे ਉਹਦੀ मर्जी है, कई होए ने, कोई विहंगम है, कोई नहीं भोगी होया, नहीं संसारी है, पर ਇਹਦਾ कोई अर्थ नहीं है। असल में स्वाद ही उदों आउंदा है कि निहकर्म बंदा होया है कि नहीं, भी वो कर्म करदा होया करे, उन्होंने कर्म ਉਹਦੇ ਵਿੱਚ ਹੋਵੇ, फिर पता लगेगा भी ये छुट्टिया है कि नहीं छुट्टिया। वो तो एक चीज नूं तुसी मतलब पासे कर दिता संसार नूं, फिर तो छुट्टिया छुटाया ना छुट्टिया इक्को जिहा। सगों मनोविग्यान ये कहता है कि मनुख का मन उत्थे रहिंदा है जिन्हों वो छड्डदा है। मनुख का मन ज्यादातर उत्थे रहिंदा है जिन्हों वो छड्डदा है। जे विराग आ जाए तो गल वखरी है। विराग वो चीज वखरी है, त्याग वखरी है। ब्रह्म ज्ञानी का मतलब है जो वैराग दे विच है, जो त्याग दे विच नहीं है। त्याग ओदी पहली क्लास सी जो कदे दा लंघ चुका हुंदा। वैराग का मतलब है कि जदों तुहाडा जिहड़ियां चीज़ां नूं तुसीं धक्के नाल छड्डदे सी, हुण ओदा जिहड़ा ओदा मतलब वैल्यू है वो जीरो हो गई, डाउन हो गई। जिवें हुण वो पीला जिहा नोट 500 का तुहानूं राह विच लभ जाए तो तुसीं चुकोगे उहनूं, हुण नहीं चुकते क्योंकि वो कैंसल हो चुका है। संसार नहीं छुटता कदी, संसार कैंसल हुंदा है, विराग विच हुंदा है। विराग दे विच ओदे अर्थ नहीं बचदे, कोई ओदी कोई ओदा कोई मुल नहीं बचदा। जदों ओदा जिन्ना चिर दा मुल है उन्ना चिर मन ओनू नहीं छड्डदा, भावें अख बचा के वेख लवे, भावें इधर उधर करके वेख लवे, वेखेगा फिर ओदा ध्यान ओदे उत्ते ही। इसलिए विराग की अवस्था आउंदी है ब्रह्म ज्ञानी दे उत्ते, छड़ना नहीं पैंदा उसनूं। दिसत मास न खाए बिलाई, हस्त कसाब छुरी छट पाई। दिसदा होया मास सामने पिया, खान नूं चित नहीं करदा। वो अवस्था है विराग दी जिन्हों गुरु साहब कहंदे पढ़ो सारे प्यार दे नाल। मन बैराग पया, मन बैराग पया, मन मन बैराग पया, मन बैराग पया। दर्शन देखने का चाओ, दर्शन देखने का चाओ, दर्शन दर्शन देखने का चाओ, दर्शन देखने का चाओ। धन सो तेरा थान, धन सो तेरा थान, धन सो
ਧਨ ਸੋ ਤੇਰਾ ਥਾਨ, ਧਨ ਸੋ ਤੇਰਾ ਥਾਨ, ਧਨ ਸੋ ਤੇਰਾ। ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ। ਵਿਰਾਗ ਦੀ ਅਵਸਥਾ ਵਿੱਚ ਸਤੋ ਗੁਣ ਵੀ ਛੁੱਟ ਜਾਂਦਾ। ਬਾਬਾ ਜੀ ਨੂੰ ਜਦੋਂ ਘਰੋਂ ਗਏ ਸੀ ਉਦੋਂ ਉਹਨਾਂ ਨੂੰ ਵਿਰਾਗ ਹੀ ਹੋਇਆ ਸੀ ਜਦੋਂ ਘਰ ਸੀ। ਇਸੇ ਤਰ੍ਹਾਂ ਹੀ ਆਏ ਤਾਂ ਜਿਵੇਂ ਆਪਾਂ ਵੀ ਦੀਵਾਨ ਵਿੱਚ ਆਇਆ, ਕਿਤੇ ਦੀਵਾਨ ਸਜਿਆ ਸੀ। ਦੀਵਾਨ ਦੇ ਵਿੱਚ ਮੱਥਾ ਟੇਕਿਆ, ਕੀਰਤਨ ਹੋ ਰਿਹਾ ਸੀ, ਬੈਠ ਗਏ। ਰਾਗੀਆਂ ਨੇ ਇੱਕ ਤੁਕ ਪੜ੍ਹੀ ਕਿ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਬਸ ਉਹ ਅੱਗੇ ਕੰਮ ਤਿਆਰ ਸੀ, ਸ਼ਬਦ ਨੇ ਸਲਫ ਦੇ ਦਿੱਤਾ। ਸ਼ਬਦ ਉਹੀ ਨੇ ਜਿਹੜੇ ਆਪਾਂ ਵੀ ਸੁਣਨੇ, ਆਪਾਂ ਵੀ ਪੜ੍ਹਨੇ। ਹੁਣ ਕੱਲੇ ਸ਼ਬਦ ਕੰਮ ਨਹੀਂ ਕਰਦੇ, ਉਹ ਕਿਹਦੇ ਤੇ ਅਸਰ ਕਰਦੇ ਨੇ? ਜਿਸ ਦੀ ਅੱਗੇ ਤਿਆਰੀ ਹੋਈ ਹੁੰਦੀ ਹੈ। ਇਹ ਅਸੀਂ ਐਵੇਂ ਕਹਿੰਦੇ ਆ ਵੀ ਅਸੀਂ ਸੁਣਦੇ ਨਹੀਂ, ਮੰਨਦੇ ਨਹੀਂ। ਉਹ ਬਈ ਉਹਦੇ ਵਾਸਤੇ ਬੜੇ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ, ਐਵੇਂ ਗੱਲਾਂ ਨਾਲ ਨਹੀਂ ਮੰਨਿਆ ਜਾਂਦਾ। ਕੋਈ ਸੋਚ ਕੇ ਕਵੇ ਮੈਂ ਸਿਰ ਦੇ ਦਿਆਂਗਾ, ਸੋਚ ਕੇ ਨਹੀਂ ਦਿੱਤਾ ਜਾਂਦਾ। ਉਹਦੀ ਤਿਆਰੀ ਹੁੰਦੀ ਹੈ, ਉਹਦੀ ਵਿੱਦਿਆ ਹੁੰਦੀ ਹੈ, ਉਹਦਾ ਪ੍ਰੋਸੈਸ ਹੁੰਦਾ, ਉਹਦਾ ਟਾਈਮ ਲੱਗਦਾ। ਤਾਂ ਉਹ ਕਿਤੇ ਪਿੱਛੇ ਟਾਈਮ ਲੱਗ ਚੁੱਕਾ ਸੀ। ਬਸ ਹੁਣ ਇੱਕ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਜਦੋਂ ਉਹ ਚੀਜ਼ ਤਿਆਰ ਹੋ ਜਾਂਦੀ, ਉਹਨੂੰ ਕਿਸੇ ਵੀ ਚੀਜ਼ ਦਾ ਝਟਕਾ, ਜਿਵੇਂ ਅਸੀਂ ਇਹਦੇ ਉੱਤੇ ਲੜ ਪੈਂਦੇ ਹਾਂ ਕਿ ਧੰਨਾ ਜੀ ਨੇ ਦੁੱਧ ਪਿਆਇਆ ਸੀ ਕਿ ਨਹੀਂ ਸੀ, ਪੱਥਰ ਨੂੰ ਪਿਆਇਆ, ਨਾਮਦੇਵ ਜੀ ਨੇ ਪਿਆਇਆ ਸੀ ਕਿ ਨਹੀਂ ਸੀ। ਕਈ ਅਰਥ ਇਧਰੋਂ ਉਧਰੋਂ ਕਰਕੇ ਅਸੀਂ ਮਤਲਬ ਆਪਣੀ ਮਨਮਤ ਉਹਦੇ ਉੱਤੇ ਥੋਪਣੀ ਹੁੰਦੀ ਹੈ, ਅਰਥ ਦੇ ਉੱਤੇ। ਉਹ ਤਾਂ ਸਿਰਫ ਸਿੰਬਲਾਈਜ਼ ਹੁੰਦਾ, ਪ੍ਰਤੀਕਕ ਹੁੰਦਾ ਵੀ ਕਿਹੜੀ ਚੀਜ਼ ਨੇ ਤੁਹਾਨੂੰ ਸਟਾਰਟ ਕਰਨਾ। ਸਟਾਰਟ ਤਾਂ ਗੱਡੀ ਨੇ ਹੋਣਾ। ਧੱਕੇ ਨਾਲ ਕਰ ਲਓ, ਧੱਕਾ ਮਾਰ ਦਿਓ, ਉਹਦੇ ਨਾਲ ਹੋ ਜਾਏਗੀ। ਬੈਟਰੀ ਲਾ ਦਿਓ, ਉਹਦੇ ਨਾਲ ਹੋ ਜਾਏਗੀ। ਚਾਬੀ ਗਵਾਚ ਗਈ, ਤੁਸੀਂ ਅੱਗੋਂ ਤਾਰਾਂ ਜੋੜ ਦਿਓ ਤਾਂ ਹੋ ਜਾਏਗੀ। ਪਿੱਛੇ ਟਰੈਕਟਰ ਸੀ ਆਸ਼ਰ, ਉਹ ਹੈਂਡਲ ਨਾਲ ਹੁੰਦੇ ਸੀ, ਕੋਈ ਪੁਲੀ ਨਾਲ ਹੁੰਦਾ। ਆਟੋ ਵਾਲੇ ਨੇ ਉਹ ਰੱਸੀ ਨਾਲ ਕਰ ਲੈਂਦੇ ਨੇ। ਹੁਣ ਇਹ ਸਾਰੀਆਂ ਚੀਜ਼ਾਂ ਸਿੰਬਲਾਈਜ਼ ਨੇ, ਪ੍ਰਤੀਕਕ ਨੇ। ਮੁੱਖ ਤਾਂ ਉਸ ਬੰਦੇ ਦਾ ਇੰਜਣ ਹੈ ਜਿਹਨੂੰ ਸਟਾਰਟ ਕੀਤਾ ਜਾ ਰਿਹਾ, ਉਹਦੇ ਅੰਦਰ ਤਿਆਰੀ ਹੈ, ਉਹਦੀ ਤਿਆਰੀ ਹੋਈ ਹੈ ਕਿ ਨਹੀਂ। ਹੁਣ ਆਪਾਂ ਗੁਰੂ ਸਾਹਿਬ ਨੂੰ ਕਹੀ ਜਾਂਦੇ ਆ ਵੀ ਸਟਾਰਟ ਕਰ ਦਿਓ, ਸਾਨੂੰ ਕਰ ਦਿਓ ਸਟਾਰਟ। ਮਹਾਰਾਜ ਨੂੰ ਪਤਾ ਵੀ ਬੈਰਿੰਗ ਤਾਂ ਨਿਕਲੇ ਫਿਰਦੇ ਅਜੇ। ਫਿਰ ਮਹਾਰਾਜ ਕਹਿੰਦੇ ਸੇਵਾ ਸਿਮਰਨ ਨਿਤਨੇਮ, ਵੀ ਆਪਣੀਆਂ ਗੋਲੀਆਂ ਗਾਲੀਆਂ, ਆਪਣਾ ਬੈਰਿੰਗ ਧੁਰੇ ਧਰੇ ਠੀਕ ਕਰਾ ਪਹਿਲਾਂ। ਹੁਣ ਕੀ ਅਰਥ ਹੋਏਗਾ ਧੱਕਾ ਮਾਰਨ ਦਾ? ਜਿਹੜੀ 4 ਗੋਲੀਆਂ ਆਣ ਉਹ ਵੀ ਬਾਹਰ ਡਿੱਗ ਪੈਣੀਆਂ ਸਾਰੀਆਂ, ਜੇ ਹੁਣੇ ਸੈਲਫ ਮਾਰ ਦਿੱਤਾ। ਇਸ ਲਈ ਸਿਆਣਾ ਮਿਸਤਰੀ ਜਿੰਨਾ ਚਿਰ ਇੰਜਨ ਨਹੀਂ ਵੱਜਦਾ ਉਹਨਾਂ ਚਿਰ ਸੈਲਫ ਨਹੀਂ ਮਾਰਦਾ। ਸਿਆਣਾ ਸਾਧੂ, ਅਸੀਂ ਕਹਿੰਦੇ ਅਸੀਂ ਗਏ ਸੀ ਬੜੇ ਵਾਰੀ ਬਾਬਾ ਜੀ ਕੋਲ, ਦਿੱਤਾ ਕੁਝ ਨਹੀਂ। ਉਹ ਤਾਂ ਵੇਖ ਰਿਹਾ ਸੀ ਵੀ ਇਹਦਾ ਇੰਜਨ ਤਾਂ ਵੱਜ ਲਵੇ, ਫਿਰ ਇਹਨੂੰ ਸੈਲਫ ਦੇਵਾਂਗੇ। ਆਪਾਂ ਕਈ ਵਾਰੀ ਨਾਰਾਜ਼ ਵੀ ਹੋਏ, ਕਈ ਵਾਰੀ ਕਈ ਕੁਝ ਹੋਇਆ ਵੀ ਨਹੀਂ ਲੱਗਦਾ, ਨਹੀਂ ਕੁਝ ਨਹੀਂ ਲੱਗਦਾ, ਬਾਬਿਆਂ ਦੀ ਪੱਗ ਨਹੀਂ ਪੂਰੀ ਵਧੀਆ ਹੁੰਦੀ। ਜਿਵੇਂ ਉਹ ਕੱਪੜੇ ਪਾ ਕੇ ਰੱਖਦੇ ਸੀ, ਕਦੀ ਉੱਪਰ ਵਾਲਾ ਬਟਨ ਥੱਲੇ ਲਾ ਦਿੰਦੇ ਸੀ, ਥੱਲੇ ਵਾਲਾ ਉੱਪਰ ਲਾ ਦਿੰਦੇ। ਬਹੁਤੇ ਤੇ ਇਦੋਂ ਹੀ ਭੱਜ ਜਾਂਦੇ ਸੀ ਵੀ ਹੈ ਨਹੀਂ ਇੱਥੇ ਕੋਈ। ਉਹ ਤਾਂ ਉਹ ਚੋਜ ਸੀ ਉਸ ਸਾਧੂ ਦੇ। ਅਸੀਂ ਕਹਿੰਦੇ ਹਾਂ ਸਾਧੂ ਨੂੰ ਅਸੀਂ ਚੈੱਕ ਕਰਨਾ ਹੈ, ਉਹ ਚੈੱਕ ਕਰਦਾ, ਬੰਦੇ ਨੂੰ ਵੇਖ ਲੈਂਦਾ। ਇਹੋ ਜਿਹੀਆਂ ਚੀਜ਼ਾਂ ਪੈਦਾ ਕਰ ਦਿੰਦਾ ਜਿਹਦੇ ਤੋਂ ਬੰਦੇ ਨੂੰ ਚੈੱਕ ਕਰ ਲੈਂਦਾ ਵੀ ਇਹ ਕਿਵੇਂ ਵੇਖਦਾ, ਕਿਵੇਂ ਬੋਲਦਾ। ਮੈਂ ਇੱਕ ਵਾਰੀ ਇੱਥੋਂ ਪਿੱਛੋਂ ਆ ਰਿਹਾ ਸੀ ਤੇ ਅੱਗੇ ਜਾਣਾ ਸੀ, ਕੋਈ ਪ੍ਰੋਗਰਾਮ ਸੀ, ਤੇ ਮੈਂ ਕਿਹਾ ਜਾਂਦੇ ਜਾਂਦੇ ਜ਼ਰੂਰੀ ਉਹਨਾਂ ਨੂੰ ਮਿਲਦੇ ਰਹੀਦਾ ਸੀ ਹਫ਼ਤੇ ਬਾਅਦ ਜਾਂ ਇਸ ਤਰ੍ਹਾਂ। ਤਾਂ ਬੈਠ ਗਿਆ, ਚਾਹ ਵੀ ਪੀਤੀ। ਹੁਣ ਜਦੋਂ ਕਿਤੇ ਬੰਦੇ ਨੇ ਅੱਗੇ ਟਾਈਮ ਉਹਦਾ ਹੋਵੇ ਤਾਂ ਉਹਨੂੰ ਥੋੜੀ ਜਿਹੀ ਅੰਦਰ ਹੁੰਦੀ ਹੈ ਵੀ ਜਾਣਾ। ਹੁਣ ਮੈਂ ਹੈ ਉੱਥੇ ਵੀ ਜਾਣ ਨੂੰ ਵੀ ਜੀ ਨਹੀਂ ਸੀ ਕਰਦਾ, ਕਿਉਂਕਿ ਉਹਨਾਂ ਦੇ ਕੋਲ ਐਸਾ ਆਨੰਦ ਬਣਦਾ ਸੀ। ਤਾਂ ਮੈਂ ਚਾਹ ਉਹ ਜਿਹੜੀ ਉਹ ਸਿੰਘਾਂ ਨੇ ਦਿੱਤੀ, ਜਲਦੀ ਜਲਦੀ ਪੀ ਕੇ ਤੇ
उतों लैके जेब विचों जिन्ने पैसे होंदे सी 10 20 100 400 जिन्ना होवे, कई बारी ज़्यादा भी, कहंदे लै जाना जाना लाई हुई है तू। मतलब वो ये जरूरी नहीं, उन्हों की कोई वडियाई नहीं सी कि वो अपनी आप विखाउंदे सी कि मैनू पता है भी तू अंदरों जाना जाना लाई हुई है। ਉਹਦੇ ਵਿੱਚ ਵੀ ਉਹ ਭਲਾ ਕਰਦੇ ਸੀ, ਉਹਦੇ ਵਿੱਚ ਰਸ नहीं सी लेंदे। ਇਹ भी माया बन जाती किसी ਨੂੰ ਦੱਸਣਾ भी तू मन ਵਿੱਚ ਕੀ सोच रहा, पर ਉਹਨਾਂ ਦੀ नहीं सी बनती। क्योंकि जो जागृत है, जो ज्ञान खंड ਦੇ ਵਿੱਚ ਵਸਦਾ, ਉਹਦੇ ਵਾਸਤੇ माया भी माया नहीं बन सकती। ਤੇ जो ਸੁੱਤਾ ਹੋਇਆ ਉਹ ਭਾਵੇਂ ਕਿੰਨੀਆਂ ਵੱਡੀਆਂ ਗੱਲਾਂ ਕਰੇ, ਉਹਦੀ ਉਹ भी माया ही है। इस करके वो तो उन्होंने उत्थे विराग जागया जदों तुक सुनी कि यह तेरा अवसर, अवसर मैंने मौका हुंदा। जिवें आपां कहने भी गड्डी दा टाइम होण वाला है, जे तां तू पहुंच गया तो चढ़ जाएगा, नहीं तो निकल जानी है। वो बाणी दा शब्द सी कि यही तेरा एक तेरी वारी है, ये तेरा अवसर, ये तेरी बार, ये तेरी वारी है, सिर्फ होनी है। घट भीतर तू देख विचार। बड़े घट लोगों को यह पता लगता भी ये वारी बड़े चिर बाद आई है, नहीं तो पता नहीं लगता। वारी बहुत समय बाद आई है। रोज असी पढ़ते हैं भाई प्राप्त मानुक दे हरिया गोविंद मिलन की ये तेरी बरिया। पढ़ना तां हुंदा है कि वो अंदर अचेतन विच गल किते चली जाए तो बंदा मन जाए, उसनूं मनौत बन जाए। ये पढ़ी तां जांदी है। तां वो साधु की संगत जिहड़ी इस चीज़ नूं जल्दी जगा दिंदी है। पढ़ो सारे प्यार दे नाल। गोबिंद मिलन की ये तेरी बरिया, गोबिंद मिलन की ये तेरी बरिया, गोबिंद गोबिंद मिलन की ये तेरी बरिया, गोबिंद गोविंद मिलन की ये तेरी बरिया, गोविंद भई प्राप्त मानुख देहुरिया, भई गोविंद मिलन की ये तेरी बरिया, गोविंद जाग्या मन कवल सहज प्रगास्या, नाम निरंजन उर तरिया। जिन्हां दा मन जाग्या उन्होंने पता लगता, बाकी तो नहीं लगता। बाबा जी ने जदों सुनिया कि ये तेरा अवसर, ये तेरी बार, घट भीतर तू देख विचार, इधर ही कोई दीवान सजिया सी हुशियारपुर साइड से, तो सुन लिया। बस अचेतन मन ने सुन लिया, चेतन हट गया पासे, तो मनौत बन गई। तो मनौत फिर जीवन ते छा जाती है। ਉਹਦੇ ਵਿੱਚ ਮੱਥਾ ਟੇਕਿਆ, ਘਰੋਂ ਆਏ ਸੀ ਵੀ मैं गुरुद्वारे चलना, ਤਾਂ फिर ਉੱਥੋਂ ਸਿੱਧੇ ਹੀ ਚਲੇ ਗਏ। घर ਦੇ घर खबर नहीं ਦਿੱਤੀ। ਇਹ ਕੰਮ ਇਸ ਤਰ੍ਹਾਂ ਦਾ ਸਾਨੂੰ नहीं पता ਹੁੰਦਾ। ਸਾਧ ਸੰਗਤ ਜੀ ਆਪਾਂ ਕਈ ਵਾਰੀ ਭੁਲੇਖਾ ਖਾ ਜਾਂਦੇ ਆ। ਉਹਨਾਂ ਦੀਆਂ ਗੱਲਾਂ ਚੇਤੇ ਆਉਂਦੀਆਂ, ਕਈ ਵਾਰੀ ਯਾਦ ਆਉਂਦੀਆਂ। ਇੱਕ ਵਾਰੀ ਮੈਂ ਇੱਥੇ ਆਇਆ, ਮੈਨੂੰ ਕਹਿੰਦਾ ਉੱਥੇ ਤੂੰ ਕਮਰੇ ਵਿੱਚ ਬੈਠ ਜਾ, ਥੋੜਾ ਚਿਰ ਮੇਰੇ ਕੋਲ ਰਹੋ ਕੁਝ ਟਾਈਮ ਵਾਸਤੇ। ਤੇ ਮੈਂ ਅਸੀਂ ਕਥਾਵਾਚਕ, ਤੁਹਾਨੂੰ ਪਤਾ ਅਸੀਂ ਡਾਇਰੀਆਂ ਨਾਲ ਚੱਲਦੇ ਆ, ਡਾਇਰੀ ਵੱਲੋਂ ਵੇਖ ਕੇ ਸਾਡੀ ਜ਼ਿੰਦਗੀ ਚੱਲਦੀ ਆ। ਮੈਂ ਕਿਹਾ ਤੇ ਨਾ ਮੈਂ ਸੋਚਿਆ ਵੀ ਜਿਨ੍ਹਾਂ ਨੂੰ ਪ੍ਰੋਗਰਾਮ ਦਿੱਤੇ ਹੋਏ ਨੇ ਵੀ ਬਾਬਾ ਜੀ ਕਹਿੰਦੇ ਵੀ ਤੂੰ ਇੱਥੇ ਰਹੋ, ਵੀ ਉਹ ਕਮਰਾ, ਇਹ ਵੀ ਇਸ਼ਾਰਾ ਕਰਦਾ ਵੀ ਉਹ ਕਮਰਾ ਸਾਹਮਣੇ, ਉੱਥੇ ਰਹੋ ਤੂੰ। ਉਹ ਕੰਮ ਨਹੀਂ ਕੀਤੀ ਅਜੇ, ਗੱਲ ਪੱਕੀ ਨਹੀਂ ਸੀ ਵੀ ਜੋ ਹੋਵੇ ਸੋ ਹੋਵੇ, ਉਹ ਪਿਆ ਸਾਰਾ ਕੁਝ, ਇਹ ਅਜੇ ਗੱਲ ਨਾ ਬਣੀ।
ਉਹ ਸੋਚ ਲਿਆ ਵੀ ਉਹ ਬੰਦੇ ਕੀ ਕਹਿਣਗੇ, ਫਿਰ ਆਪਾਂ ਉਹਨਾਂ ਤੋਂ ਬੇਜ਼ਬਾਨੇ ਹੋਵਾਂਗੇ ਜਾਂ ਕਿਵੇਂ ਕਹਿ ਲਓ। ਪਰ ਕਈ ਵਾਰੀ ਵੱਡੀ ਗੱਲ ਕੰਮ ਕਰਨ ਵਾਸਤੇ ਕਈ ਵਾਰੀ ਚੀਜ਼ਾਂ ਕੁਝ ਤੋੜਨੀਆਂ ਪੈਂਦੀਆਂ ਨੇ। ਭਾਵੇਂ ਉਹ ਨਿਯਮ ਠੀਕ ਸੀ ਕਿ ਜਿਹਦੇ ਨਾਲ ਗੱਲ ਕੀਤੀ ਹੋਈ, ਪਰ ਕੋਈ ਉਦੋਂ ਵੱਡਾ ਕੰਮ ਹੋਣਾ। ਤਾਂ ਮੈਂ ਡਾਇਰੀ ਵੱਲ ਸੋਚਣ ਲੱਗ ਪਿਆ। ਮੈਨੂੰ ਕਹਿੰਦੇ ਚੱਲ ਤੇਰੇ ਪ੍ਰੋਗਰਾਮ ਵੀ ਬਹੁਤ ਹੁੰਦੇ ਨੇ, ਤੂੰ ਫਿਰ ਅਜੇ ਕਰ ਲੈ। ਤਾਂ ਮੈਂ ਚਲਾ ਗਿਆ। ਫਿਰ ਠੀਕ ਹੈ, ਮੈਂ ਸੋਚਿਆ ਬਾਅਦ ਵਿੱਚ ਮੈਂ ਅੱਗੋਂ ਡਾਇਰੀ ਤੇ ਪ੍ਰੋਗਰਾਮ ਲਿਖਣੇ ਬੰਦ ਕਰ ਦਿੱਤੇ ਵੀ ਅੱਗੋਂ ਸਾਫ਼ ਕਰਕੇ ਜਾਵਾਂਗਾ ਹੁਣ ਤੇ ਬਾਬਾ ਜੀ ਨੂੰ ਕਹਾਂਗਾ ਵੀ ਮੈਂ ਆ ਗਿਆ। ਅੱਗੋਂ ਪ੍ਰੋਗਰਾਮ ਬੰਦ ਕਰਤੇ। ਜਦੋਂ ਡਾਇਰੀ ਖਾਲੀ, ਸਾਰੇ ਪ੍ਰੋਗਰਾਮ ਕਰਕੇ ਨਵੇੜ ਕੇ ਮਹੀਨੇ ਡੇਢ ਦੇ ਜਿਹੜੇ ਹੈ ਸਨ, ਮੈਂ ਆਇਆ ਕਮਰ ਕੱਸਾ ਕਰਕੇ ਤਿਆਰ ਹੋ ਗਏ ਵੀ ਹੁਣ ਇੱਥੇ ਰਹਿਣਾ ਉਹਨਾਂ ਨੇ ਕਿਹਾ ਸੀ। ਤੇ ਮੈਂ ਚਾਹ ਪਾਣੀ ਥੋੜਾ ਛੱਕ ਕੇ ਮੈਂ ਬਾਬਾ ਜੀ ਦੱਸੋ ਹੁਣ ਹੁਕਮ ਕੀ ਹੈ? ਕਹਿੰਦੇ ਕਾਹਦਾ? ਮੈਂ ਕਿਹਾ ਤੁਸੀਂ ਕਿਹਾ ਸੀ ਵੀ ਉਹ ਕਮਰਾ ਵੀ ਉੱਥੇ ਰਹੋ। ਹੱਸ ਪਏ। ਕਹਿੰਦੇ ਉਹ ਟਾਈਮ ਉਦੋਂ ਸੀ ਜਦੋਂ ਮੈਂ ਕਿਹਾ ਸੀ। ਫਿਰ ਮੈਂ ਕਿੰਨਾ ਚਿਰ ਸੁੰਨ ਜਿਹਾ ਹੋਇਆ ਰਿਹਾ ਵੀ ਕੰਮ ਲੰਘਾ ਲਿਆ, ਵਾਰੀ ਲੰਘਾ ਲਈ। ਬੜਾ ਮਨ ਨੂੰ ਲੱਗਾ, ਪਰ ਫਿਰ ਕਹਿੰਦੇ ਕੋਈ ਨਹੀਂ, ਗੱਲ ਫਿਕਰ ਨਾ ਕਰ ਤੂੰ। ਮੈਂ ਕਿਹਾ ਵੀ ਹੁਣ ਇਹ ਕੰਮ ਤੁਸੀਂ ਕਰਨਾ? ਕਹਿੰਦੇ ਮਤਲਬ ਬੋਲਦੇ ਨਹੀਂ ਸਨ ਵੀ ਹੁਣ ਤੂੰ ਫਿਰ ਵੇਖਾਂਗੇ। ਤਾਂ ਉਹ ਜਾਣਦੇ ਨੇ ਜਿਵੇਂ ਮਰਜ਼ੀ ਕਰ ਸਕਦੇ, ਭਾਵੇਂ ਹੁਣ ਕਰ ਲੈਣ ਭਾਵੇਂ ਉਦੋਂ ਕਰ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਸਾਨੂੰ ਲੱਗਦਾ ਉਹ ਤਾਂ ਇੱਕ ਆਇਡੈਂਟੀ ਸੀ ਸਰੀਰ ਉਹਨਾਂ ਦਾ, ਉਹਦੇ ਕੋਈ ਖਾਸ ਫਰਕ ਨਹੀਂ ਪੈਂਦਾ। ਚੱਲਦੇ ਗੁਰੂ ਦੇ ਹੁਕਮ ਦੇ ਵਿੱਚ ਨੇ। ਤਾਂ ਜਦੋਂ ਉੱਥੋਂ ਫਿਰ ਇਹ ਬਾਬਾ ਜੀ ਚਲੇ ਗਏ, ਘਰਦਿਆਂ ਨੂੰ ਨਹੀਂ ਦੱਸਿਆ। ਪ੍ਰੇਮ ਦੀ ਖੇਡ ਐਸੀ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹ ਜੇ ਘਰਦਿਆਂ ਨੂੰ ਦੱਸਣ ਗਏ ਤੇ ਘਰ ਦੇ ਪ੍ਰੇਮ ਨਹੀਂ ਕਰਨ ਦਿੰਦੇ, ਉੱਥੋਂ ਬਗਾਵਤ ਕਰਨੀ ਪੈਂਦੀ ਹੈ। ਮੈਂ ਸਮਾਜ ਨੂੰ ਤੋੜਨ ਦੀ ਗੱਲ ਨਹੀਂ ਕਰ ਰਿਹਾ। ਜੇ ਕੋਈ ਉੱਚੇ ਰਾਹ ਤੇ ਚੱਲਣਾ ਮੈਂ ਉਹਦੀ ਗੱਲ ਕਰ ਰਿਹਾ। ਸਮਾਜ ਦੇ ਵਿੱਚ ਤਾਂ ਨਿਯਮ ਹੀ ਰਵੇ ਤਾਂ ਚੰਗਾ। ਤਾਂ ਉਹ ਫਿਰ ਇੱਧਰ ਬੜਾ ਚਿਰ ਰਹੇ, ਚਮਕੌਰ ਸਾਹਿਬ ਰਹੇ, ਹੋਰ ਪਤਾ ਨਹੀਂ ਕਿੱਥੇ ਕਿੱਥੇ ਰਹੇ। ਘਰ ਦੇ ਵਿਚਾਰੇ ਲੱਭਦੇ ਰਹੇ। ਆਪਣਾ ਬਾਬਾ ਜੀ ਉਦੋਂ ਸਾਰੇ ਸਪੁੱਤਰ ਸਨ। ਬਾਬਾ ਬਲਵਿੰਦਰ ਸਿੰਘ ਜੀ ਬੈਠੇ ਨੇ, ਤਾਂ ਛੋਟੇ ਹੋਣਗੇ ਉਦੋਂ। ਤਾਂ ਲੱਭ ਕੇ ਥੱਕ ਗਏ। ਉਹ ਇੱਥੇ ਸਨ ਕਿਤੇ ਇਸ ਏਰੀਏ ਵਿੱਚ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਇਹਨਾਂ ਥਾਵਾਂ। ਤਾਂ ਫਿਰ ਉਹ ਜਦੋਂ ਉਹਨਾਂ ਦੇ ਪਿਤਾ ਨੇ ਬੜਾ ਲੱਭਿਆ, ਬਾਬਾ ਜੀ ਦੇ ਪਿਤਾ ਜੀ ਨੇ, ਫਿਰ ਉਹਨਾਂ ਨੂੰ ਕਿਸੇ ਕਿਹਾ ਵੀ ਇੱਕ ਪਹਾੜ ਦੇ ਵਿੱਚ ਇੱਕ ਸਾਧੂ ਰਹਿੰਦਾ, ਉਹ ਦੱਸ ਦਿੰਦਾ ਵੀ ਸਾਰੀਆਂ ਗੱਲਾਂ। ਉੱਥੇ ਗਏ। ਉੱਥੇ ਗਏ ਉਹਨਾਂ ਸਾਧੂ ਕਰਨੀ ਵਾਲਾ, ਤੇ ਉਹ ਆਪਣੀ ਇੱਛਾ ਲੈ ਕੇ ਗਏ ਬਾਬਾ ਜੀ ਦੇ ਮਾਤਾ ਪਿਤਾ ਜੀ। ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਕਿਵੇਂ ਆਏ ਹੋ? ਕਹਿੰਦੇ ਆਹ ਗੱਲ। ਕਹਿੰਦੇ ਬਈ ਉਹਨਾਂ ਨੇ ਬੜੀ ਵੱਡੀ ਸੇਵਾ ਕਰਨੀ ਹੈ, ਉਹ ਸੇਵਾ ਦੀ ਤਿਆਰੀ ਕਰ ਰਹੇ ਨੇ, ਤੁਸੀਂ ਉਹਨਾਂ ਦੀ ਫਿਕਰ ਛੱਡ ਦਿਓ, ਆਪਣਾ ਕੰਮ ਕਰੋ ਘਰ ਦਾ, ਆਪੇ ਆ ਜਾਣਗੇ। ਤਾਂ ਬੜੇ ਚਿਰ ਬਾਅਦ ਫਿਰ ਉਸੇ ਹੀ ਗੁਰਦੁਆਰੇ ਚਲੇ ਗਏ ਜਿੱਥੋਂ ਤੁਰੇ ਸੀ, ਨਿਕਲੇ ਸੀ। ਉੱਥੇ ਜਾ ਕੇ ਬਹਿ ਕੀਰਤਨ ਸੁਣੀ ਜਾਂਦੇ ਨੇ। ਘਰ ਨਹੀਂ ਦੱਸਿਆ। ਉੱਥੇ ਕਿਸੇ ਨੇ ਵੇਖਿਆ ਵੀ ਇਹ ਲੱਗਦੇ ਨੇ। ਫਿਰ ਘਰ ਜਾ ਕੇ ਖਬਰ ਦਿੱਤੀ, ਘਰ ਦੇ ਆਏ, ਫਿਰ ਘਰ ਬੈਠ ਗਏ, ਘਰ ਚਲੇ ਗਏ। ਉਹ ਵੀ ਕੋਈ ਫਰਕ ਨਹੀਂ ਨਾ ਪੈਂਦਾ, ਬ੍ਰਹਮ ਗਿਆਨੀ ਨੂੰ ਨਿਰਲੇਪ ਹੈ। ਘਰ ਚਲੇ ਗਏ। ਉੱਥੇ ਫਿਰ ਉਸੇ ਤਰ੍ਹਾਂ ਰਹਿਣ ਲੱਗ ਪਏ, ਭਜਨ ਬੰਦਗੀ ਕਰਨ ਲੱਗ ਪਏ। ਤਾਂ ਉਹ ਤਾਂ ਕੰਮ ਉਹਨਾਂ ਦਾ ਜਿਹੜਾ ਗੁਰੂ ਨੇ ਬੂਟਾ ਪਹਿਲਾਂ ਹੀ ਲਾਇਆ ਹੋਇਆ ਸੀ, ਉਹ ਹੋ ਚੁੱਕਾ ਸੀ ਉਹਨਾਂ ਦਾ ਘਰ ਜਿਹੜਾ ਸੀ। ਉੱਥੇ ਕੋਈ ਘਰ ਸੀ ਜਿਹੜਾ, ਉੱਥੇ ਕਮਰੇ ਸੀ 3-4, ਸਾਰੇ ਆਪੋ ਆਪਣੇ। ਇੱਕ ਕਮਰਾ ਖਾਲੀ ਛੱਡਿਆ ਸੀ ਘਰ ਨੇ। ਇੱਕ ਕਮਰਾ ਸੀ, ਉਹਦੇ ਵਿੱਚ ਜਾਂਦਾ ਨਹੀਂ ਸੀ ਕੋਈ। ਉਹ ਕੋਈ ਥਾਂ ਸੀ ਇਸ ਤਰ੍ਹਾਂ ਦੀ। ਤੇ ਬਾਬਿਆਂ ਦੀ ਯਾਰੀ ਸੀ ਇਹੋ ਜਿਹੀਆਂ ਗੱਲਾਂ ਦੇ ਨਾਲ ਬੜੀ। ਉਹਦਾ ਪਰਵਾਹ ਨਹੀਂ ਸੀ ਕਰਦੇ ਵੀ ਕਿਹੜੀ ਥਾਂ ਤੇ ਕਿਹੜੀ ਥਾਂ ਨਹੀਂ। ਕੋਈ ਥਾਂ ਸੀ ਕਿਸੇ ਦੀ ਉੱਥੇ, ਜਿੱਥੇ ਉਹ ਕਮਰਾ ਸੀ। ਤੇ ਉਹ ਬੰਦਾ ਜਿਹਦੀ ਇਹ ਫਿਰ ਥਾਵਾਂ ਨੂੰ ਪਕੜ ਕੇ ਬਹਿ ਜਾਂਦੇ ਵੀ ਇੱਥੇ ਨਹੀਂ ਕਿਸੇ ਨੂੰ ਰਹਿਣ ਦੇਣਾ। ਇਹ ਹੁੰਦਾ ਹੈ, ਕਈ ਕਹਿੰਦੇ ਹੁੰਦਾ ਕਿ ਨਹੀਂ ਹੁੰਦਾ, ਪਰ ਇਹ ਨਹੀਂ ਵੀ ਇਹ ਗੱਲਾਂ ਕਰਦੇ ਰਹੀਏ ਆਪਾਂ। ਪਰ ਇਹਦਾ ਗਿਆਨ ਸਿੱਖ ਨੂੰ ਹੋਣਾ ਜ਼ਰੂਰੀ ਹੈ।
ਅਸੀਂ ਜਿਹੜਾ ਗਿਆਨ ਦਿੰਦੇ ਆ ਉਹਦੇ ਵਿੱਚ ਅਸੀਂ ਇਹ ਚੀਜ਼ਾਂ ਲੋਕਾਂ ਨੂੰ ਕਹਿੰਦੇ ਹੁੰਦੀਆਂ ਨਹੀਂ, ਇਹ ਭੁਲੇਖਾ ਖਾ ਜਾਂਦੇ ਆਪਣੇ ਪਰਿਵਾਰ ਫਿਰ ਇਹਨਾਂ ਤੋਂ। ਤਾਂ ਬਾਬਾ ਜੀ ਕਹਿੰਦੇ ਵੀ ਕਿੱਥੇ ਰਹਿਣਾ, ਕਹਿੰਦੇ ਕਮਰਾ ਤੇ ਖਾਲੀ ਕੋਈ ਨਹੀਂ, ਕਹਿੰਦੇ ਉਹ ਕਮਰਾ ਖਾਲੀ, ਕਹਿੰਦੇ ਉਹ ਤੇ ਕਿਸੇ ਦੀ ਜਗ੍ਹਾ ਹੈ, ਉਹ ਉੱਥੇ ਨਹੀਂ ਰਹਿਣ ਦਿੰਦਾ, ਕਹਿੰਦੇ ਤੁਸੀਂ ਮੈਨੂੰ ਦੇ ਦਿਓ, ਮੈਂ ਉਹਦੇ ਨਾਲ ਵੇਖ ਲਾਂਗਾ ਆਪੇ। ਉੱਥੇ ਲਾ ਲਿਆ ਆਸਣ ਜਾ ਕੇ, ਉੱਥੇ ਫਿਰ ਰਹੇ। ਉਹਦੇ ਤੋਂ ਬਾਅਦ ਫਿਰ ਗੁਰੂ ਸਾਹਿਬ ਦੇ ਹੁਕਮ ਵਿੱਚ ਸਾਧ ਸੰਗਤ ਜੀ ਇਹ ਸਥਾਨ ਬਣਿਆ ਜਿਹੜਾ ਜਿੱਥੇ ਤੁਸੀਂ ਬੈਠੇ ਹੋ। ਕੋਈ ਬਾਬਾ ਜੀ ਦੀ ਜ਼ਰੂਰਤ, ਕੋਈ ਇੱਛਾ ਕੋਈ ਉਹਨਾਂ ਦੀ ਨਹੀਂ ਸੀ, ਉਹ ਨੇਕਰਮ ਹੋ ਚੁੱਕੇ ਸਨ। ਬਹੁਤਾ ਸਮਾਂ ਸਾਹਿਬਜ਼ਾਦਿਆਂ ਦੇ ਸਥਾਨ ਤੇ ਰਹਿਣ ਤੋਂ ਬਾਅਦ ਵੀ ਤਾਂ ਫਿਰ ਜਦੋਂ ਤੁਹਾਨੂੰ ਪਤਾ ਵੀ ਇੱਥੇ ਲੰਗਰ ਉਹਨਾਂ ਨੇ ਚਲਾਉਣਾ, ਲੰਗਰ ਚਲਾਉਂਦੇ ਰਹੇ, ਸੰਗਤ ਆਉਣ ਲੱਗ ਪਈ। ਪਹਿਲਾਂ ਇੱਥੇ ਝਾੜੀਆਂ ਹੁੰਦੀਆਂ ਸੀ, ਬਹੁਤ ਛੋਟਾ ਜਿਹਾ ਰਸਤਾ ਹੁੰਦਾ ਸੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ, ਤਾਂ ਉਦੋਂ ਇੱਥੇ ਸਾਧ ਸੰਗਤ ਜੀ ਜਦੋਂ ਫਿਰ ਸੰਗਤ ਆਉਣ ਲੱਗ ਪਈ, ਫਿਰ ਗੋਲਕ ਵੀ ਆ ਗਈ, ਫਿਰ ਗੋਲਕ ਵੀ ਆ ਗਏ, ਫਿਰ ਪ੍ਰਬੰਧਕ ਵੀ ਆ ਗਏ, ਕਿਉਂਕਿ ਇਹ ਸੋਚ ਹੈ ਨਾ ਆਪਣੀ। ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਬਾਬੇ ਇੱਥੇ ਨਹੀਂ ਰਹਿਣਾ ਚਾਹੀਦਾ। ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਹੁਕਮ ਵਿੱਚ ਇੱਥੇ ਸੇਵਾ ਕੀਤੀ ਹੈ, ਸੰਗਤ ਦੀ ਸੇਵਾ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ। ਤਾਂ ਉਹ 3 ਗੁਣ ਸਨ ਜਿਹੜੇ ਮੈਂ ਟਾਈਮ ਦੇ ਵਿੱਚ ਰਵਾਂਗਾ। ਭਾਵੇਂ ਸੈਕਟਰੀ ਸਾਹਿਬ ਨੇ ਜੋ ਐਲਾਨ ਕੀਤਾ ਉਹਦੇ ਵਿੱਚ ਅਜੇ 10-15 ਮਿੰਟ ਬਚੇ ਨੇ, ਪਰ ਫਿਰ ਅੱਗੇ ਟਾਈਮ ਘੱਟ ਪੈ ਜਾਣਾ ਮੈਨੂੰ ਪਤਾ, ਸੋ 2-4 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਦੇਣੀ ਹੈ। ਸੋ ਇਹ ਸਾਧ ਸੰਗਤ ਦੀ ਰਜੋਗੁਣ ਤਮੋਗੁਣ ਨੂੰ ਉਹ ਪਾਰ ਕਰ ਚੁੱਕਾ ਸੀ ਜਿਹੜਾ ਸੁਖਦੇਵ ਮੁਨੀ ਹੈ, ਪਰ ਸਤੋ ਗੁਣ ਹੈ ਸੀ ਜਿਹਦੀ ਜਾਚ ਜਾਂ ਜਿਹਦੀ ਲੋੜ ਕਹਿ ਲੋ, ਜਿਹਦੇ ਵਾਸਤੇ ਉੱਥੇ ਗਿਆ ਸੀ, ਉਹਨੂੰ ਜਨਕ ਰਾਜੇ ਨੇ ਦੱਸਿਆ ਸੀ, ਜਨਕ ਬਾਦਸ਼ਾਹ ਸੀ, ਕਿ ਅਜੇ ਤੇਰੇ ਵਿੱਚ ਸਤੋ ਗੁਣ ਹੈ, ਉਹਨੂੰ ਅਜੇ ਤੂੰ ਪਾਰ ਕਰਨ ਵਾਲਾ ਰਹਿੰਦਾ। ਉਹ ਕਿਹੜੀ ਗੱਲ ਹੋਈ ਸੀ ਹੁਣ ਇੱਥੇ ਸੁਣਾਉਣ ਦਾ ਟਾਈਮ ਨਹੀਂ ਹੈ, ਫਿਰ ਉਹ ਟਾਈਮ ਲੰਘ ਜਾਏਗਾ ਜ਼ਿਆਦਾ। ਸੋ ਇੱਕ ਵਾਰੀ ਆਪਾਂ ਗੁਰੂ ਮੰਤਰ ਦਾ ਉਚਾਰਨ ਕਰਕੇ ਸਾਰੇ ਸਮਾਪਤੀ ਕਰਾਂਗੇ। ਸਾਰੇ ਸੰਗਤ ਕਿਰਪਾ ਕਰੋ, ਸਾਰੇ ਸਾਵਧਾਨ ਹੋ ਕੇ ਸ਼ਬਦ ਉਚਾਰਨ ਦੀ ਕੋਸ਼ਿਸ਼ ਕਰੋ। ਵਾਹਿਗੁਰੂ 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 ਵਾਹਿਗੁਰੂ
ਸੋ ਸਾਧ ਸੰਗਤ ਜੀ, ਆਪ ਸੰਗਤ ਦਾ ਬਹੁਤ ਧੰਨਵਾਦ। ਮਹਾਂਪੁਰਸ਼ਾਂ ਦਾ ਜਿਨ੍ਹਾਂ ਨੂੰ ਸੇਵਾ ਇਸ ਸਥਾਨ ਦੀ ਸਤਿਕਾਰਯੋਗ ਬਾਬਾ ਬਲਜਿੰਦਰ ਸਿੰਘ ਜੀ ਉਹ ਬਹੁਤ ਪਿਆਰ ਕਰਦੇ ਹਨ ਔਰ ਇਸ ਘਰ ਦੇ ਨਾਲ ਦਾਸ ਦਾ ਪਿਆਰ ਹੈ, ਡੂੰਘੀ ਸਾਂਝ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ। ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਕਿਰਪਾ ਸਦਕਾ, ਸਤਿਗੁਰੂ ਜੀ ਦੀ ਕਿਰਪਾ ਸਦਕਾ ਸਥਾਨ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰ ਰਿਹਾ ਹੈ। ਸੋ ਇੰਨਾ ਸਮਾਂ ਪ੍ਰਵਾਨ ਕਰਨਾ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।